ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਸੁਣਦਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ, ਤੇ ਖਬਰਾਂ ਨੇ ਦੁਪਹਿਰ ਦੀਆਂ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਉਸ ਸਵਾਲ ਵੱਲ ਜੋ ਸਾਨੂੰ ਪੁੱਛਿਆ ਜਾ ਰਿਹਾ ਹਰ ਰੋਜ਼ ਕਮੈਂਟਾਂ ਦੇ ਵਿੱਚ ਕਿ ਅਸੀਂ ਇਟਲੀ ਆ ਰਹੇ ਹਾਂ, ਸਾਡੇ ਕੋਲ ਗ੍ਰੀਨ ਪਾਸ ਨਹੀਂ ਹੈਗਾ, ਸਾਨੂੰ ਗ੍ਰੀਨ ਪਾਸ ਦੀ ਲੋੜ ਆ। ਹਾਂਜੀ, ਗ੍ਰੀਨ ਪਾਸ ਦੀ ਲੋੜ ਆ। ਗ੍ਰੀਨ ਪਾਸ ਤੁਹਾਨੂੰ ਇੱਕ ਕੋਵਿਡ ਟੈਸਟ ਆ ਜਿਹੜਾ ਨੈਗੇਟਿਵ ਦਾ ਬਹੁਤ ਜ਼ਰੂਰੀ ਆ, ਉਹਦੇ ਨਾਲ ਤੁਹਾਡਾ ਗ੍ਰੀਨ ਪਾਸ 24 ਤੋਂ 48 ਘੰਟੇ ਤੱਕ ਵੈਲਿਡ ਹੁੰਦਾ। ਜਿਸ ਟਾਈਮ ਤੁਸੀਂ ਇਟਲੀ ਦੇ ਵਿੱਚ ਏਅਰਪੋਰਟ 'ਤੇ ਆਉਂਦੇ ਆ, ਇੱਥੇ ਦੁਬਾਰਾ ਫਿਰ ਤੁਹਾਡਾ ਟੈਸਟ ਕੀਤਾ ਜਾਣਾ, ਜਿਹੜਾ ਤੁਹਾਡਾ ਗ੍ਰੀਨ ਪਾਸ ਆ ਘੱਟ ਤੋਂ ਘੱਟ 48 ਘੰਟੇ ਦੇ ਲਈ ਵੈਲਿਡ ਹੋਣਾ। ਇਸ ਕਰਕੇ ਤੁਸੀਂ ਕਿਸੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰ ਸਕਦੇ ਆ ਜੇਕਰ ਇਟਲੀ ਦੇ ਵਿੱਚ ਆ ਕੇ ਤੁਹਾਡਾ ਗ੍ਰੀਨ ਪਾਸ ਦਾ ਆਪਣਾ ਜਿਹੜਾ ਕੋਵਿਡ ਦਾ ਟੈਸਟ ਹੁੰਦਾ, ਤੁਸੀਂ ਨੈਗੇਟਿਵ ਆ ਜਾਂਦੇ ਆ। ਅਤੇ ਜੇਕਰ ਟੈਸਟ ਨਹੀਂ ਹੁੰਦਾ, ਮੰਨ ਲੈਂਦੇ ਆ ਕਿ ਇਟਲੀ ਦੇ ਵਿੱਚ ਆਏ ਆ ਟੈਸਟ ਨਹੀਂ ਹੁੰਦਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਲੋਕਲ ਬੱਸਾਂ ਜਾਂ ਫਿਰ ਟਰਾਮ ਹੁੰਦੀ ਹੈ ਜਿਹੜੀ, ਉਹਦੇ ਵਿੱਚ ਤੁਹਾਨੂੰ ਗ੍ਰੀਨ ਪਾਸ ਦੀ ਲੋੜ ਨਹੀਂ ਹੈਗੀ। ਅਤੇ ਗ੍ਰੀਨ ਪਾਸ ਦੀ ਲੋੜ ਆ ਤੁਹਾਨੂੰ ਜਿੰਨੇ ਵੀ ਜਿਹੜੀਆਂ ਫਰੇਚੇ ਆ ਹਾਈ ਸਪੀਡ ਦੀਆਂ ਹੁੰਦੀਆਂ, ਇੰਟਰਸਿਟੀ ਨੌਤੇ ECEN ਫਰੇਚਾ ਲਿੰਕ ਵਾਲੀਆਂ ਜਿੰਨੀਆਂ ਵੀ ਰੇਲ ਗੱਡੀਆਂ ਨੇ, ਇਹਨਾਂ ਦੇ ਵਿੱਚ ਤੁਹਾਨੂੰ ਜਾਣ ਦੇ ਲਈ ਗ੍ਰੀਨ ਪਾਸ ਦੀ ਲੋੜ ਪੈਣੀ ਆ। ਪਰ ਜਿਹੜੇ ਵੀ ਇੰਡੀਆ ਤੋਂ ਆਉਂਦੇ ਤਕਰੀਬਨ ਸਾਰਿਆਂ ਦਾ ਏਅਰਪੋਰਟ 'ਤੇ ਟੈਸਟ ਹੋਣਾ, ਇਸ ਕਰਕੇ ਟੈਸਟ ਨੈਗੇਟਿਵ ਹੋਣ ਦੇ ਨਾਲ ਉਹਨਾਂ ਦੇ ਕੋਲ ਆਟੋਮੈਟਿਕ ਹੀ 48 ਘੰਟੇ ਦਾ ਗ੍ਰੀਨ ਪਾਸ ਉਹਨਾਂ ਨੇ ਤੁਹਾਨੂੰ ਇੱਕ ਸਲਿੱਪ ਦੇਣੀ ਹੈ, ਤੁਸੀਂ ਜਿਹੜੇ ਮਰਜ਼ੀ ਟਰਾਂਸਪੋਰਟ ਦੇ ਵਿੱਚ ਬੈਠ ਕੇ ਜਾ ਸਕਦੇ ਆ। ਬਾਕੀ ਨੋਰਮਲੀ ਏਅਰਪੋਰਟਾਂ ਦੇ ਮੂਹਰੇ ਆਪਣੇ ਇੰਡੀਅਨ ਜਾਂ ਫਿਰ ਪਾਕਿਸਤਾਨੀ ਬੰਦਿਆਂ ਦੀਆਂ ਟੈਕਸੀਆਂ ਹੁੰਦੀਆਂ, ਜੇਕਰ ਤੁਸੀਂ ਉਹਨਾਂ ਦੇ ਵਿੱਚ ਬੈਠ ਕੇ ਆਉਣਾ ਤਾਂ ਮੇਰੇ ਹਿਸਾਬ ਨਾਲ 30 ਰੁਪਈਏ ਜਾਂ 40 ਰੁਪਈਏ ਕੁਛ ਇੱਦਾਂ ਦਾ ਹਿਸਾਬ, ਬੰਦੇ ਦਾ ਹਿਸਾਬ ਹੁੰਦਾ, ਉਹਦੇ ਵਿੱਚ ਵੀ ਬੈਠ ਕੇ ਤੁਸੀਂ ਆ ਸਕਦੇ ਆ ਜੀ। ਗੱਲ ਕਰਦੇ ਹਾਂ ਜੀ 9 ਮਹੀਨੇ ਦੇ ਪੇਪਰਾਂ ਬਾਰੇ। 9 ਮਹੀਨੇ ਦੇ ਪੇਪਰਾਂ ਬਾਰੇ ਪੁੱਛਿਆ ਜਾ ਰਿਹਾ ਜੀ ਕਿ ਅਸੀਂ 2020 ਦੇ ਵਿੱਚ ਭਰਾਏ ਸੀ। ਦੇਖੋ ਜੀ, ਜਦ ਤੱਕ ਨਵੇਂ ਪੇਪਰ ਨਹੀਂ ਨਿਕਲਦੇ ਤਾਂ ਹੁਣ 9ਵੇਂ ਅਤੇ 10ਵੇਂ ਮਹੀਨੇ 'ਚ ਜਿਨ੍ਹਾਂ ਬੰਦਿਆਂ ਦੇ ਨਿਕਲਣੇ ਆ ਤਕਰੀਬਨ ਸਾਰਿਆਂ ਦੇ ਨਿਕਲ ਜਾਣੇ ਆ। ਅਤੇ ਇਸ 9ਵੇਂ ਅਤੇ 10ਵੇਂ ਮਹੀਨੇ ਦੇ ਵਿੱਚ ਇਟਲੀ ਦੇ ਵਿੱਚ ਇੱਕ ਵਾਰ ਫਿਰ ਚਾਂਸ ਆ ਜੀ 2021 ਦੇ ਵਿੱਚ ਦੇਖਰੇਤੋ ਫਲੂਸਿਸਤਾ ਜੋ ਨਾਲੀ ਹੈ ਜਿਹੜੀ ਉਹ ਨਿਕਲਣ ਦੇ। ਇਸ ਕਰਕੇ ਤੁਸੀਂ ਨਿਸ਼ਚਿੰਤ ਹੋ ਜਾਓ ਜੀ, 1-1.5 ਮਹੀਨੇ ਦੇ ਵਿੱਚ ਸਭ ਕੁਛ ਇਹਨਾਂ ਨੇ ਕੱਢ ਦੇਣਾ ਜੀ। ਅਗਲੀ ਗੱਲ ਕਰਦੇ ਹਾਂ ਜੀ ਬੋਨਸ ਅਫੀਤੋ। ਜਿਹੜਾ ਬੋਨਸ ਅਫੀਤੋ ਜਿਹੜੇ ਮਕਾਨ ਮਾਲਕ ਆ ਜਿਨ੍ਹਾਂ ਨੇ ਆਪਣੇ ਕਿਰਾਏਦਾਰਾਂ ਦਾ 50% ਤੱਕ ਕਿਰਾਇਆ ਘਟਾਇਆ ਸੀ ਕੰਟਰੈਕਟ ਦੇ ਵਿੱਚ 2020 ਦੇ ਲਈ, ਅਤੇ ਉਹਨਾਂ ਨੂੰ ਜਿਹੜਾ 1200 ਯੂਰੋ ਮਿਲਣਾ ਸੀ। ਅਤੇ ਇਹਨਾਂ ਦੇ ਲਈ ਜਿਹੜੀ ਹੁਣ ਦਮਾਂਦਾ ਕਰਨ ਦੀ ਐਪਲੀਕੇਸ਼ਨ ਕਰਨ ਦੀ ਜਿਹੜੀ ਮਿਆਦ ਐਕਸਪਾਇਰਡ ਡੇਟ ਆ ਉਹਨੂੰ ਵਧਾ ਦਿੱਤਾ ਗਿਆ ਜੀ। ਹੁਣ ਜਿਹੜਾ ਉਹ 31 ਦਸੰਬਰ 2021 ਤੱਕ ਜਿਹੜਾ ਉਹ ਆਪਣਾ ਦਮਾਂਦਾ ਐਪਲੀਕੇਸ਼ਨ ਫਾਰਮ ਭਰ ਸਕਦੇ ਆ ਜੀ। ਪਰ ਜਿਹੜੇ ਪੈਸੇ ਆ ਉਹਨਾਂ ਨੂੰ 2022 ਦੇ ਵਿੱਚ ਹੀ ਮਿਲਣਗੇ। ਇਹ ਜਿਹੜੇ 9 ਬਾਕਸ ਵਾਲੇ ਆ ਜੀ, ਇਹਨਾਂ ਨੇ ਤਕਰੀਬਨ ਇਟਲੀ ਦੇ ਵਿੱਚ ਪਾ ਦਿੱਤਾ ਗਾ। ਇਹਨਾਂ ਦੇ ਕਾਰਨ ਹੀ ਹੁਣ ਜਿਹੜੀ ਵੈਕਸੀਨ ਆ ਕੰਪਲਸਰੀ ਹੋਣੀ ਆ। ਗੱਲ ਕੁਛ ਇੱਦਾਂ ਦੀ ਹੋਈ ਹੈ ਜੀ, ਮਿਲਾਨ ਦੇ ਵਿੱਚ ਬੰਦਿਆਂ ਨੂੰ ਫੜਿਆ ਗਿਆ, ਰੋਮਾ ਦੇ ਵਿੱਚ ਬੰਦਿਆਂ ਨੂੰ ਫੜਿਆ ਗਿਆ, ਵੈਨੇਜ਼ੀਆ, ਪਾਦਵਾ, ਰੇਜੋ ਏਮੀਲੀਆ ਸਾਰਿਆਂ ਦੇ ਵਿੱਚ ਬੰਦਿਆਂ ਦੇ ਘਰਾਂ ਦੇ ਵਿੱਚ ਛਾਪੇ ਪਏ ਆ। ਟੈਲੀਗ੍ਰਾਮ 'ਤੇ ਗਰੁੱਪ ਬਣਾਇਆ, ਕਹਿੰਦੇ ਜੀ ਜਿੱਦਾਂ ਰੋਮਾ ਘੇਰਨਾ, ਇਹਨਾਂ ਨੇ ਰੋਮਾ ਘੇਰਨਾ ਹੀ। ਰੋਮਾ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ, ਜਿਹੜਾ ਮੀਡੀਆ, ਇਹ ਕਹਿੰਦੇ ਜੀ ਮੀਡੀਆ ਦੇ ਜਿਹੜੇ ਫਰਗੂਨੇ ਆ ਇਹਨਾਂ ਨੂੰ ਭੰਨ ਤੋੜ ਕਰਨੀ ਆ, ਇਹਨਾਂ ਨੂੰ ਵਿਸਫੋਟਕ ਤਰੀਕੇ ਦੇ ਨਾਲ ਅੜਾ ਦੇਣਾ। ਵਿਸਫੋਟਕ ਤਰੀਕਾ ਕਿੱਦਾਂ ਕਿ ਜਿੱਦਾਂ ਕੱਚ ਦੀਆਂ ਬੋਤਲਾਂ ਦੇ ਵਿੱਚ ਅਲਕੋਹਲ ਜਾਂ ਕੁਛ ਪਾ ਕੇ ਉੱਤੇ ਅੱਗ ਲਾ ਕੇ ਮਾਰਨਾ, ਤਾਂ ਇੱਕ ਕਿਸਮ ਨਾਲ ਉਹਨਾਂ ਦੇ ਜਾਲ ਦੇਣੇ ਅਤੇ ਉਹਨਾਂ ਨੂੰ ਮੀਡੀਆ ਭਜਾ ਦੇਣੀ ਆ। ਅਤੇ ਇਹਨਾਂ ਨੇ ਰੋਮਾ 'ਤੇ ਕਹਿੰਦੇ ਕਬਜ਼ਾ ਕਰਨਾ ਸੀ ਅਤੇ ਧੱਕੇ ਦੇ ਨਾਲ ਜਿਹੜੀ ਇਹ ਗ੍ਰੀਨ ਪਾਸ ਆ ਇਸ ਚੀਜ਼ ਨੂੰ ਲਾਉਣਾ ਸੀ। ਇਹਨਾਂ ਦੇ ਕੋਲੋਂ ਜਿਹੜੇ ਪਿਸਤੌਲ ਪਾਏ ਗਏ, ਜਿਹੜੇ ਉੱਤੇ ਨੂੰ ਲੋਹੇ ਨੂੰ ਮਾਰਨ ਵਾਲੇ ਪਿਸਤੌਲ, ਸਿਗਨਲ ਦੇਣ ਵਾਲੇ ਪਿਸਤੌਲ, ਚਾਕੂ, ਤਲਵਾਰਾਂ ਅਤੇ ਘਸੁੰਨ ਮਾਰਨ ਵਾਲੀ ਜਿਹੜੀਆਂ ਚੈਨਾਂ ਹੁੰਦੀਆਂ, ਅੱਖਾਂ 'ਚ ਪਾਉਣ ਵਾਲੀ ਸਪਰੇਅ ਅਤੇ ਇੱਕ ਮਿਰਚਾਂ ਵਾਲੀ ਸਪਰੇਅ, ਕਾਫੀ ਤਰ੍ਹਾਂ ਦਾ ਜਾਣੀ ਕਿ ਇਹਨਾਂ ਦੇ ਕੋਲ ਹਿੰਸਕ ਸਮਾਨ ਸਮੱਗਰੀ ਪ੍ਰਾਪਤ ਹੋਈ। 8 ਬੰਦਿਆਂ ਦੇ ਸਿਰ ਕੇਸ ਚੱਲਿਆ। ਇਟਲੀ ਦੀ ਜਿਹੜੀ CID ਦੀ ਕੰਪਨੀ ਹੈ ਦੀਗੋਸ ਵਾਲਿਆਂ ਨੇ ਆਪਣੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਭਾਈ ਆਹ ਕੰਮ ਹੋਣ ਵਾਲਾ, ਤੁਸੀਂ ਇਹਨਾਂ ਬੰਦਿਆਂ ਨੂੰ ਸਾਂਭੋ। ਅਤੇ ਬੰਦੇ ਮਿਲਾਨ, ਬੋਲੋਨੀਆ, ਵੈਨੇਜ਼ੀਆ, ਰੇਜੋ ਏਮੀਲੀਆ ਸਾਰੇ ਪਾਸੇ ਛਾਪੇ ਪਏ। 8 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। 8 ਬੰਦਿਆਂ ਦੇ ਸਿਰ ਹੁਣ ਕੇਸ ਚੱਲਣਾ ਕਿ ਇਹਨਾਂ ਨੇ ਇੱਕ ਕਿਸਮ ਨਾਲ ਅਸੀਂ ਕਹਿ ਸਕਦੇ ਹਾਂ ਕਿ ਅੱਤਵਾਦ ਦਾ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਇਟਲੀ ਦੇ ਵਿੱਚ ਜਿਹੜੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਫਿਰ ਕੀਤੀ ਆ। ਇੱਕ ਹੋਰ ਅਪਡੇਟ ਚੱਲਦੇ ਹਾਂ ਜੀ। ਇੱਕ ਅਪਡੇਟ ਆ ਜੀ, ਇੱਕ ਜ਼ੋਨਾ ਰੋਸਾ ਇਟਲੀ ਦੇ ਵਿੱਚ ਹੋਰ ਹੋਇਆ ਜੀ। ਜ਼ੋਨਾ ਰੋਸਾ ਮਤਲਬ ਕਿ ਰੈੱਡ ਜ਼ੋਨ ਇਟਲੀ ਦੇ ਵਿੱਚ ਲੱਗਾ। ਇਹ ਜਿਹੜਾ ਰੈੱਡ ਜ਼ੋਨ ਆ ਜੀ ਪਿੰਡ ਕਲਾਬਰੀਆ ਦੇ ਵਿੱਚ ਪੈ ਰਿਹਾ, ਸਨ ਲੂਕਾ, ਜੋ ਕਿ 18 ਸਤੰਬਰ ਤੱਕ 10 ਦਿਨਾਂ ਦੇ ਲਈ, ਅੱਜ ਤਾਂ ਚਲੋ ਦੂਸਰਾ ਦਿਨ ਆ, 18 ਸਤੰਬਰ ਤੱਕ ਰੈੱਡ ਜ਼ੋਨ ਦੇ ਵਿੱਚ ਆ ਜੀ। ਵੱਧਦੇ ਹਾਂ ਜੀ ਅਗਲੇ ਅਪਡੇਟ ਵੱਲ।
ਪਰਸੋਂ ਦੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਇਟਲੀ ਦੇ ਵਿੱਚ ਇੱਕ ਇੰਡੀਅਨ ਸੀ ਜਿਹਨੂੰ ਫਲਾਇੰਗ ਇੰਡੀਅਨ ਦਾ ਖਿਤਾਬ ਸੀ। ਕੱਲ੍ਹ ਦੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਇਟਲੀ ਦੇ ਵਿੱਚ ਇੱਕ ਪੁਲ ਵਾ, ਜਿਸ ਫਲਾਈਓਵਰ ਰੱਖ ਲਓ ਜਾਂ ਪੁਲ ਰੱਖ ਲਓ, ਉਸ ਪੁਲ ਦਾ ਨਾਮ ਇੰਡੀਅਨ ਪੋਂਤੇ ਇੰਡੀਆਨੋ ਕਿਉਂ ਸੀ। ਅੱਜ ਅਸੀਂ ਗੱਲ ਕਰਦੇ ਹਾਂ ਜੀ ਚਿਮੀਤੇਰੋ ਇੰਡੀਆਨੋ ਦੀ, ਜੋ ਕਿ ਫੋਰਲੀ ਦੇ ਵਿੱਚ ਆ। ਇਹ ਉਹ ਚਿਮੀਤੇਰੋ ਆ ਜੀ, ਅਸੀਂ ਇਹਨੂੰ ਕਬਰਸਤਾਨ ਵੀ ਕਹਿ ਸਕਦੇ। ਇੱਕ ਉਹ ਕਬਰਸਤਾਨ ਜਿੱਥੇ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਮੋਨੂਮੈਂਟੋ ਹੁੰਦਾ, ਮੋਨੂਮੈਂਟੀ ਜਿਹੜੀ ਬਣਾਈ ਗਈ ਆ। ਅਤੇ ਇਹ ਆ ਜੀ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਜਿਹੜੀ ਸੀਗੀ, ਜਿਹਦੀ 4th 8ਵੀਂ ਅਤੇ 10ਵੀਂ ਇੰਡੀਅਨ ਇਨਫੈਂਟਰੀ ਡਿਵੀਜ਼ਨ ਸੀਗੀ, ਅਤੇ ਇਹ ਜਿਹੜੇ ਉਸ ਜੰਗ ਦੇ ਵਿੱਚ ਵਿਸ਼ਵ ਯੁੱਧ ਜਿਹੜਾ ਦੂਸਰਾ ਵਿਸ਼ਵ ਯੁੱਧ ਲੱਗਾ, ਜਿਹੜੇ ਉਹਨਾਂ ਦੇ ਵਿੱਚ ਸ਼ਹੀਦ ਹੋਏ ਸਨ, ਉਹ ਇੱਥੇ ਨੇ ਜੀ। ਅਤੇ ਟੋਟਲ ਦੱਸਿਆ ਜਾ ਰਿਹਾ ਕਿ 496 ਸ਼ਹੀਦਾਂ ਦਾ ਇੱਥੇ ਆਸਤੀਆਂ ਨੇ, ਸ਼ਹੀਦਾਂ ਨੂੰ ਦਫਨਾਇਆ ਗਿਆ, ਅਤੇ ਜਿਨ੍ਹਾਂ ਦੇ ਵਿੱਚ 15 ਦਾ ਨਾਮ ਫਿਲਹਾਲ ਹੁਣ ਤੱਕ ਨਹੀਂ ਪਤਾ ਲੱਗਾ ਪਿਆ ਕੌਣ ਸਨ। ਅਤੇ ਇੰਡੀਅਨ ਦੇ 493 ਫੌਜੀ ਸਨ, ਜਿਹੜੇ ਆਪਣੇ ਇੰਡੀਅਨ ਸੋਲਜਰ ਸੀ, ਜਿਨ੍ਹਾਂ ਦੇ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਸਾਰੇ ਹੀ ਦੱਸਿਆ ਜਾ ਰਿਹਾ। ਕਿ ਇਹ ਵੀ ਦੱਸਿਆ ਜਾ ਰਿਹਾ ਕਿ ਇੱਥੇ ਹੀ ਆਪਣੇ ਧਰਮ ਦੇ ਹਿਸਾਬ ਦੇ ਨਾਲ ਕਰੇਮਾਰੇ ਕੀਤਾ ਗਿਆ ਸੀਗਾ। ਜਿਹੜੇ ਹਿੰਦੂ ਅਤੇ ਸਿੱਖ ਸੋਲਜਰ ਸਨ, ਉਹਨਾਂ ਦਾ ਸੰਸਕਾਰ ਜਿਹੜੇ ਇੱਥੇ ਹੀ ਫੋਰਲੀ ਦੇ ਵਿੱਚ ਕੀਤੇ ਗਏ ਸਨ, ਅਤੇ ਇੱਥੇ ਹੀ ਉਹਨਾਂ ਦੀਆਂ ਜਿਹੜੀਆਂ ਆਸਤੀਆਂ ਨੂੰ ਕਬਰਸਤਾਨ ਦੇ ਵਿੱਚ ਰੱਖਿਆ ਗਿਆ ਹੈ, ਜੋ ਅਸੀਂ ਇਸ ਟਾਈਮ ਵਿਕੀਪੀਡੀਆ ਤੋਂ ਪੜ੍ਹ ਰਹੇ ਹਾਂ ਜੀ। ਜੇਕਰ ਕਿਸੇ ਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੇ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ 2011 ਦੇ ਵਿੱਚ ਹੀ ਅਸਲ ਦੇ ਵਿੱਚ ਇਸ ਕਬਰਸਤਾਨ ਬਾਰੇ, ਇੱਕ ਸ਼ਹੀਦੀ ਜਗ੍ਹਾ ਬਾਰੇ ਪਤਾ ਲੱਗਾ ਸੀ ਕਿ ਇੰਡੀਅਨ ਅਤੇ ਇੰਗਲੈਂਡ ਅਤੇ ਇੰਡੀਅਨ ਦੀ ਜਿਹੜੀ ਇਹ ਇੱਕ ਚਿਮੀਤੇਰੋ ਇਟਲੀ ਦੇ ਵਿੱਚ ਬਣੀ ਹੋਈ ਹੈ। ਇੱਕ ਵਾਰ ਫਿਰ ਦੱਸਦੇ ਹਾਂ ਜੀ, ਟੋਟਲ ਇੱਥੇ 493 ਸੋਲਜਰ ਜਿਹੜੇ ਸ਼ਹੀਦ ਨੇ, ਉਹਨਾਂ ਦੀਆਂ ਸ਼ਹੀਦ ਨੇ। ਅਤੇ 1944 ਦੇ ਵਿੱਚ ਜਦੋਂ ਯੁੱਧ ਦੇ ਵਿੱਚ ਸ਼ਹੀਦ ਹੋਏ ਸਨ, ਉਹਨਾਂ ਦੀਆਂ ਸਾਰੀਆਂ ਇੱਥੇ ਚਿਮੀਤੇਰੋ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਜੀ। ਇਹ ਜਿਹੜੇ ਫੌਜੀ ਆਪਣੇ ਸ਼ਹੀਦ ਹੋਏ ਸਨ, ਸਾਰੇ ਇੱਥੇ ਇਹਨਾਂ ਨੂੰ ਅਸੀਂ ਕਹਿ ਸਕਦੇ ਕਿ ਦਫਨਾਇਆ ਗਿਆ ਜੀ। ਇਹ ਹੈ ਜੀ ਫੋਰਲੀ ਦੇ ਵਿੱਚ, ਇਹਦਾ ਨਾਮ ਐਗਜ਼ੈਕਟ ਇਹੀ ਲਿਖਿਆ ਜੀ, ਚਿਮੀਤੇਰੋ ਇੰਡੀਆਨੋ, ਚਿਮੀਤੇਰੋ ਡੈਲੀ ਇੰਡੀਆਨੀ। ਇਟਲੀ ਦੇ ਵਿੱਚ ਕਾਫੀ ਸਾਰੇ ਇੱਦਾਂ ਦੇ ਮੋਨੂਮੈਂਟ ਨੇ, ਕਾਫੀ ਸਾਰੀਆਂ ਇੱਦਾਂ ਦੀਆਂ ਜਗ੍ਹਾਵਾਂ ਨੇ ਜਿਨ੍ਹਾਂ ਦਾ ਨਾਮ ਇੰਡੀਅਨਾਂ ਦੇ ਉੱਤੇ ਰੱਖਿਆ ਗਿਆ, ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਡੀਅਨ ਦੇ ਨਾਲ ਸੰਬੰਧਿਤ ਨੇ। ਹਰ ਰੋਜ਼ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਪਾਸੇ ਤੁਹਾਨੂੰ ਇਟਲੀ ਦੇ ਵਿੱਚ ਜੋ ਇੰਡੀਆ ਦੀ ਕੋਈ ਚੀਜ਼ ਆ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰੀਏ। ਅੱਜ ਅਸੀਂ ਗੱਲ ਕੀਤੀ ਹੈ ਜੀ ਚਿਮੀਤੇਰੋ ਡੈਲੀ ਇੰਡੀਆਨੀ, ਜਿਹਦੇ ਵਿੱਚ ਸੈਕੰਡ ਵਰਲਡ ਵਾਰ ਦੇ ਵਿੱਚ ਆਪਣੇ ਇੰਡੀਆ ਤੋਂ ਜਿਹੜੇ ਫੌਜੀ ਆਏ ਸਨ, ਸ਼ਹੀਦ ਹੋਏ ਸਨ, ਅਤੇ ਉਹਨਾਂ ਨੂੰ ਲਾਸਟ ਵਿੱਚ ਜਿਹੜਾ ਉਹਨਾਂ ਨੂੰ ਇੱਥੇ ਦਫਨਾਇਆ ਗਿਆ, ਜਿਹਨਾਂ ਨੇ ਸੰਸਕਾਰ ਕਰਕੇ ਆਸਤੀਆਂ ਨੂੰ ਇੱਥੇ ਰੱਖਿਆ ਗਿਆ, ਅਤੇ ਬਾਕਾਇਦਾ ਸਾਰੇ ਸੋਲਜਰ ਫੌਜੀਆਂ ਦੇ ਨਾਮ ਲਿਖੇ ਗਏ ਨੇ। ਬਾਕੀ ਜੇਕਰ ਕਿਸੇ ਆਪਣੇ ਵੀਰ ਦੇ ਕੋਲ ਕੁਛ ਜ਼ਿਆਦਾ ਇਨਫੋਰਮੇਸ਼ਨ ਹੋਵੇ, ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖੇ। ਸਾਨੂੰ ਜੋ ਇਸ ਟਾਈਮ ਇਨਫੋਰਮੇਸ਼ਨ ਲੱਭੀ ਹੈ ਜੀ, ਅਸੀਂ ਤੁਹਾਨੂੰ ਉਹੀ ਦੱਸੀ ਆ। ਮਿਲਦੇ ਹਾਂ ਜੀ ਸ਼ਾਮ ਦੇ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।